ਕਰਮ ਸਿੰਘ ਕਹਿਣ ਤੇ ਮੁਕੱਦਮਾ ਦਰਜ ਹੋ ਰਿਹਾ ਤੇ ਜਗਰਾਉਂ ਪੁਲਿਸ ਨੂੰ ਥੋੜਾ ਬਹੁਤਾ ਅਕਲ ਨੂੰ ਹੱਥ ਮਾਰ ਲੈਣਾ ਚਾਹੀਦਾ ਹੈ ਜਾਂ ਜਿਹੜੀ ਸੰਵਿਧਾਨ ਦੀ ਸਹੁੰ ਖਾਦੀ ਘੱਟੋ ਘੱਟ ਜਿਹੜੀ ਵਰਦੀ ਪਾਈ ਆ ਮੋਢਿਆਂ ਦੇ ਸਟਾਰ ਲੱਗੇ ਹੈਗੇ ਨੇ ਉਹਦਾ ਹੀ ਸ਼ਰਮ ਕਰ ਲੈਂਦੇ। ਜਗਰਾਉਂ ਪੁਲਿਸ ਦੇ ਮੁਤਾਬਕ ਪੀੜਤ ਕੌਣ ਆ? ਕਰਮ ਸਿੰਘ। ਕਿ ਜਗਰਾਉਂ ਕੋਠੀ ਦਾ ਮਸਲਾ ਖੜਾ ਹੋ ਗਿਆ, ਇੱਕ FIR ਵੀ ਦਰਜ ਹੋਈ ਆ ਕਿ NRI ਪਰਿਵਾਰ ਨੂੰ ਤਸੱਲੀ ਹੋਵੇਗੀ। ਇਹ ਸਾਰੇ ਪੰਜਾਬੀਆਂ ਨੂੰ ਸਪਸ਼ਟ ਹੋ ਗਿਆ ਕਿ ਇਹ ਕੋਠੀ ਦੱਬਣ ਦਾ ਮਨਸ਼ਾ ਸੀ, ਪਹਿਲਾਂ ਵੀ ਇਕੱਠੇ ਸੀ ਤੇ ਹੁਣ ਵੀ ਇਕੱਠੇ ਸੀ। ਜਿਹੜਾ NRI ਪਰਿਵਾਰ ਜਿਹੜਾ ਪਿਛਲੇ 15 ਦਿਨ ਤੋਂ 9 ਸੱਸ ਖੱਜਲ ਖਵਾਰ ਹੋ ਰਹੇ ਨੇ, ਮੈਂਟਲੀ ਟੌਰਚਰ ਹੋ ਰਹੀਆਂ ਨੇ। ਮਾਤਾ ਅਮਰਜੀਤ ਕੌਰ ਵਾਕਰ ਦੇ ਨਾਲ ਚੱਲਦੇ ਨੇ ਤੇ ਜਗਰਾਉਂ ਪੁਲਿਸ ਔਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਘੱਟੋ ਘੱਟ ਇਹ ਅਕਲ ਨੂੰ ਹੱਥ ਮਾਰ ਲੈਂਦੇ। ਪੀੜਤ ਨੂੰ ਇਨਸਾਫ ਨਹੀਂ ਦਿੱਤਾ। ਪੀੜਤ ਦੇ ਕਹਿਣ ਤੇ FIR ਨਹੀਂ ਹੋਈ, ਉਸ ਬੰਦੇ ਦੇ ਕਹਿਣ ਤੇ FIR ਹੋਈ ਜਿਨੇ ਜਾਲੀ ਪਾਵਰ ਟੌਰਨੀ ਦੇ ਨਾਲ ਸਮਝੌਤਾ ਕੀਤਾ। ਕਰਮ ਸਿੰਘ ਦੇ ਕਹਿਣ ਪੰਜਾਬ ਪੁਲਿਸ ਜਗਰਾਉਂ ਪੁਲਿਸ ਕਰਮ ਸਿੰਘ ਨੂੰ ਪੀੜਤ ਮੰਨਦੀ ਆ, ਲੇਕਿਨ NRI ਪਰਿਵਾਰ ਨੂੰ ਪੀੜਤ ਨਹੀਂ ਮੰਨਦੀ ਕਿ ਬੀਬੀ ਦਾ ਵੀ ਪ੍ਰੈਸ਼ਰ ਆ, ਕਰਮ ਸਿੰਘ ਦਾ ਵੀ ਪ੍ਰੈਸ਼ਰ ਆ ਤੇ ਜਿਹੜਾ ਅਸ਼ੋਕ ਸਿੰਘ ਆ ਉਹ ਤਿੰਨਾਂ ਦਾ ਇੱਕ ਨੈਕਸਸ ਸਾਬਤ ਹੋ ਗਿਆ। ਕਰੋੜਾਂ ਦੀ ਕੋਠੀ 13 ਲੱਖ ਚ ਖਰੀਦੀ, ਗਲਤ ਕਾਗਜ਼ਾਂ ਤੇ ਖਰੀਦੀ, ਜਾਲੀ ਕਾਗਜ਼ਾਂ ਤੇ ਖਰੀਦੀ। ਜਿਨ੍ਹਾਂ ਨੇ ਮਿਹਨਤ ਕਰਕੇ ਕੋਠੀ ਬਣਾਈ, ਜਿਹੜੇ ਕੈਨੇਡਾ ਵੱਸਦੇ ਹੈਗੇ ਨੇ, ਉਹ ਪੀੜਤ ਨਹੀਂ ਹੈਗੇ। ਇਸ ਤੋਂ ਪਤਾ ਲੱਗਦਾ ਪੁਲਿਸ ਤੇ ਜਗਰਾਉਂ ਪੁਲਿਸ ਤੇ ਦਬਾਅ, ਕਿਹਦਾ ਦਬਾਅ ਆ ਉਹ ਪੂਰਾ ਦੁਨੀਆ ਭਰ ਚ ਵੱਸਦੇ ਪੰਜਾਬੀਆਂ ਨੂੰ ਪਤਾ ਲੱਗ ਗਿਆ। FIR ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ, ਕਹਿੰਦੇ ਮੈਨੂੰ ਖਦਸ਼ਾ ਹੈ ਕਿਤੇ ਉਹ ਬਾਹਰ ਹੀ ਨਾ ਭੱਜ ਜੇ, ਅਸ਼ੋਕ ਜੀ ਨੇ ਮੇਰੇ ਨਾਲ ਧੋਖਾਧੜੀ ਕੀਤੀ ਹੈ। ਕਿ ਜਿਵੇਂ ਇਹਨੂੰ ਪਹਿਲਾਂ ਹੀ ਪਤਾ ਹੁੰਦਾ ਕਰਮ ਸਿੰਘ ਨੂੰ ਕਿ ਮੇਰੇ ਨਾਲ ਇਹ ਹੋਣਾ ਹੈ ਅਗਲੇ ਦਿਨਾਂ ਦੇ ਵਿੱਚ। ਖਦਸ਼ਾ ਤਾਂ ਫਿਰ ਇਹ ਵੀ ਹੋਣਾ ਚਾਹੀਦਾ ਸੀ ਇਹਨੂੰ, ਕਰਮ ਸਿੰਘ ਨੂੰ, ਕਿ ਮੇਰੇ ਨਾਲ ਠੱਗੀ ਵੱਜ ਗਈ ਆ, ਕੋਠੀ ਜਾਲੀ ਕਾਗਜ਼ ਤੇ ਆ, ਕੋਠੀ ਦੀ ਹੇਰਾ ਫੇਰੀ ਹੋਈ ਆ, ਪਾਵਰ ਟੌਰਨੀ ਗਲਤ ਆ। ਪੂਰੇ ਐਪੀਸੋਡ ਦੇ ਵਿੱਚ ਕਰਮ ਸਿੰਘ, ਅਸ਼ੋਕ ਕੁਮਾਰ, ਜਗਰਾਉਂ ਪੁਲਿਸ, ਰੈਵਨਿਊ ਡਿਪਾਰਟਮੈਂਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਇਹ ਸਾਰੇ ਮਿਲੇ ਹੋਏ ਸੀ। ਲੁਟੇਰਿਆਂ ਦੀ ਜਮਾਤ ਕਹਿ ਸਕਦੇ ਇਹਨਾਂ ਨੂੰ। ਬੀਬੀ ਅਮਰਜੀਤ ਕੌਰ ਉਹਦੀ ਨੌਂ ਕੁਲਦੀਪ ਕੌਰ ਧਾਲੀਵਾਲ ਕੀ ਕਹਿੰਦੇ ਨੇ? ਅਸ਼ੋਕ ਕੁਮਾਰ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ, ਕਰਮ ਸਿੰਘ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਤੇ ਬੀਬੀ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਅਸ਼ੋਕ ਕੁਮਾਰ ਕਹਿੰਦੇ ਭੱਜ ਜੂਗਾ ਤੇ ਉਦਣ ਨਹੀਂ ਚੇਤਾ ਹੋਣਾ ਪਿਛਲੇ 15 ਦਿਨ ਤੋਂ ਬੀਬੀ ਦੇ ਅਮਰਜੀਤ ਕੌਰ NRI ਪਰਿਵਾਰ ਨਾਲ ਠੱਗੀ ਵੱਜੀ, ਉਦਣ ਵੀ ਭੱਜ ਸਕਦੇ ਸੀ। ਕੱਲ ਨੂੰ ਇਹ ਕਹਿੰਦੇ ਸਾਡਾ ਸਮਝੌਤਾ ਹੋ ਗਿਆ। ਜਗਰਾਉਂ ਪੁਲਿਸ ਇਨਸਾਫ ਨਹੀਂ ਦੇਣਾ ਚਾਹੁੰਦੀ, ਉਹ ਇਨਸਾਫ ਦੇਣਾ ਚਾਹੁੰਦੇ ਨੇ MLA ਨੂੰ, ਉਹ ਇਨਸਾਫ ਦੇਣਾ ਚਾਹੁੰਦੇ ਕਰਮ ਸਿੰਘ ਨੂੰ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ ਤੇ ਗੱਲ ਕਰਾਂਗੇ ਅੱਜ ਪੰਜਾਬ ਦੇ ਖਾਸ ਮੁੱਦਿਆਂ ਦੇ ਉੱਤੇ। ਗੱਲ ਇਹ ਵੀ ਜੁੜੀ ਹੋਈ ਹੈ ਕਿ ਜਗਰਾਉਂ ਕੋਠੀ ਦਾ ਮਸਲਾ ਖੜਾ ਹੋ ਗਿਆ, ਇੱਕ FIR ਵੀ ਦਰਜ ਹੋਈ ਹੈ, ਪਰ ਜਿਸ ਦੇ ਕਹਿਣ ਤੇ ਹੋਈ ਤੇ ਜਿਸ ਉੱਤੇ ਹੋਈ ਕਿ ਇਸ ਨਾਲ ਤਸੱਲੀ ਹੈ, NRI ਪਰਿਵਾਰ ਨੂੰ ਤਸੱਲੀ ਹੋਵੇਗੀ ਜਾਂ ਕੋਈ ਹੋਰ ਅੱਗੇ ਦਾ ਮਸਲਾ ਹੈ, ਇਸ ਤੇ ਵੀ ਗੱਲ ਹੋਵੇਗੀ। ਔਰ ਗੁਰਦੁਆਰਾ ਐਕਟ ਦੇ ਵਿੱਚ ਇੱਕ ਨਵੀਂ ਧਾਰਾ ਜੋੜਨ ਨੂੰ ਲੈ ਕੇ ਸਰਕਾਰ ਵਰਸਸ SGPC ਜੋ ਚੱਲ ਰਿਹਾ ਹੈ, ਇਸ ਦੇ ਉੱਤੇ ਵੀ ਚਰਚਾ ਹੋਵੇਗੀ ਤੇ ਨਾਲ ਹੀ ਚਰਚਾ ਕਰਾਂਗੇ ਵਿਧਾਨ ਸਭਾ ਦੇ ਅੰਦਰ ਜਿਹੜੇ ਮਤੇ ਆਉਣੇ ਆ ਉਹਨਾਂ ਦੇ ਵਿੱਚੋਂ ਇੱਕ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਵੀ ਬਦਲਾਅ ਕਰਨ ਦੀ ਨੀਤੀ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਦਾ ਜੋ ਮੁਖੀ ਲਾਉਣਾ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਅਧੀਨ ਹੀ ਹੋਵੇ ਸਾਰੀ ਤਾਕਤ। ਇਸ ਦੇ ਉੱਤੇ ਵੀ ਗੱਲ ਕਰਦੇ ਹਾਂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾ ਮਸਲਾ ਜੀ ਜਿਹੜਾ ਕਾਫੀ ਦਿਨਾਂ ਤੋਂ ਭਖਿਆ ਹੋਇਆ, ਭਖਿਆ ਇਸ ਕਰਕੇ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਵਿਧਾਇਕ ਦਾ ਨਾਲ ਨਾਮ ਜੁੜਿਆ ਮਾਣੂਕੇ ਦਾ। ਹੁਣ ਜਿਹੜੀ FIR ਦਰਜ ਹੋਈ, ਇਸ ਦੇ ਨਾਲ ਕੀ ਨਵੇਂ ਮੋੜ ਆਉਣਗੇ ਇਸ ਕੇਸ ਦੇ ਵਿੱਚ? ਕਿਉਂਕਿ ਕਰਮ ਸਿੰਘ ਕਹਿੰਦੇ ਪਹਿਲਾਂ ਸਾਰਾ ਕੁਝ ਲੀਗਲ, ਹੁਣ ਕਹਿੰਦੇ ਪਾਵਰ ਆਫ ਟਰਨੀ ਇਲੀਗਲ। ਸੰਦੀਪ, ਇਸ FIR ਤੋਂ ਇਹ ਚੀਜ਼ ਸਾਬਤ ਹੋ ਗਈ ਆ ਕਿ ਇਹ ਵਾਲਾ ਪੰਜਾਬ ਜਿਹਨੂੰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਹਾਂ, ਤੇ ਦੁਨੀਆ ਭਰ ਦੇ ਵਿੱਚ ਛੋਟਾ ਜਿਹੜਾ ਪੰਜਾਬ ਆ, ਮਤਲਬ ਦੁਨੀਆ ਭਰ ਦੇ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਸਪਸ਼ਟ ਹੋ ਗਿਆ ਕਿ ਇਹ ਕੋਠੀ ਦੱਬਣ ਦਾ ਮਨਸ਼ਾ ਸੀ, ਮਨਸੂਬੇ ਸੀ, ਪਹਿਲਾਂ ਵੀ ਇਕੱਠੇ ਸੀ ਤੇ ਹੁਣ ਵੀ ਇਕੱਠੇ ਸੀ। ਇਹ ਤੇ ਗੱਲ ਬੜੀ ਅਲੋਕਾਰ ਹੋ ਗਈ ਜਾਂ ਜੱਗੋ ਤੇਰ ਵੀ ਹੋ ਗਈ। ਜਿਹੜੀ ਪੀੜਤ ਧਿਰ, ਜਿਹੜਾ NRI ਪਰਿਵਾਰ ਜਿਹੜਾ ਪਿਛਲੇ 15 ਦਿਨ ਤੋਂ 9 ਸੱਸ ਖੱਜਲ ਖਵਾਰ ਹੋ ਰਹੇ ਨੇ, ਮੈਂਟਲੀ ਟੌਰਚਰ ਹੋ ਰਹੀਆਂ ਨੇ, ਔਰ ਉਹਨਾਂ ਦੀ ਜਿਹੜੀ ਮਾਤਾ ਅਮਰਜੀਤ ਕੌਰ ਵਾਕਰ ਦੇ ਨਾਲ ਚੱਲਦੇ ਨੇ ਤੇ ਦਫ਼ਤਰਾਂ ਦੇ ਗੇੜੇ ਕੱਢ ਰਹੇ ਨੇ, ਤੇ ਜਗਰਾਉਂ ਪੁਲਿਸ ਔਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਘੱਟੋ ਘੱਟ ਇਹ ਅਕਲ ਨੂੰ ਹੱਥ ਮਾਰ ਲੈਂਦੇ। ਪੀੜਤ ਨੂੰ ਇਨਸਾਫ ਨਹੀਂ ਦਿੱਤਾ। ਪੀੜਤ ਦੇ ਕਹਿਣ ਤੇ FIR ਨਹੀਂ ਹੋਈ,
ਉਸ ਬੰਦੇ ਦੇ ਕਹਿਣ ਤੇ FIR ਹੋਈ ਜਿਨੇ ਜਾਲੀ ਪਾਵਰ ਟੌਰਨੀ ਦੇ ਨਾਲ ਸਮਝੌਤਾ ਕੀਤਾ ਕਰਮ ਸਿੰਘ ਦੇ ਕਹਿਣ ਪੰਜਾਬ ਪੁਲਿਸ ਜਗਰਾਉਂ ਪੁਲਿਸ ਕਰਮ ਸਿੰਘ ਨੂੰ ਪੀੜਤ ਮੰਨਦੀ ਆ ਲੇਕਿਨ NRI ਪਰਿਵਾਰ ਨੂੰ ਪੀੜਤ ਨਹੀਂ ਮੰਨਦੀ। ਇਹਦਾ ਮਤਲਬ ਇਹ ਹੋ ਗਿਆ ਕਿ ਬੀਬੀ ਦਾ ਵੀ ਪ੍ਰੈਸ਼ਰ ਆ, ਕਰਮ ਸਿੰਘ ਦਾ ਵੀ ਪ੍ਰੈਸ਼ਰ ਆ, ਤੇ ਜਿਹੜਾ ਅਸ਼ੋਕ ਸਿੰਘ ਆ ਉਹ ਤਿੰਨਾਂ ਦਾ ਇੱਕ ਨੈਕਸਸ ਸਾਬਤ ਹੋ ਗਿਆ। ਕਰਮ ਸਿੰਘ ਕਹਿਣ ਤੇ ਮੁਕੱਦਮਾ ਦਰਜ ਹੋ ਰਿਹਾ ਤੇ ਜਗਰਾਉਂ ਪੁਲਿਸ ਨੂੰ ਥੋੜਾ ਬਹੁਤਾ ਅਕਲ ਨੂੰ ਹੱਥ ਮਾਰ ਲੈਣਾ ਚਾਹੀਦਾ ਹੈ, ਜਾਂ ਜਿਹੜੀ ਸੰਵਿਧਾਨ ਦੀ ਸਹੁੰ ਖਾਦੀ ਘੱਟੋ ਘੱਟ ਜਿਹੜੀ ਵਰਦੀ ਪਾਈ ਆ, ਮੋਢਿਆਂ ਦੇ ਸਟਾਰ ਲੱਗੇ ਹੈਗੇ ਨੇ, ਉਹਦਾ ਹੀ ਸ਼ਰਮ ਕਰ ਲੈਂਦੇ, ਉਹਦੀ ਇੱਜ਼ਤ ਕਰ ਲੈਂਦੇ ਕਿ ਪੀੜਤ ਕੌਣ ਆ। ਜਗਰਾਉਂ ਪੁਲਿਸ ਦੇ ਮੁਤਾਬਕ ਪੀੜਤ ਕੌਣ ਆ? ਕਰਮ ਸਿੰਘ, ਜਿਹਨੇ 13 ਕਰੋੜਾਂ ਦੀ ਕੋਠੀ 13 ਲੱਖ ਚ ਖਰੀਦੀ, ਗਲਤ ਕਾਗਜ਼ਾਂ ਤੇ ਖਰੀਦੀ, ਜਾਲੀ ਕਾਗਜ਼ਾਂ ਤੇ ਖਰੀਦੀ, ਤੇ ਜਿਨ੍ਹਾਂ ਨੇ ਮਿਹਨਤ ਕਰਕੇ ਕੋਠੀ ਬਣਾਈ, ਜਿਹੜੇ ਕੈਨੇਡਾ ਵੱਸਦੇ ਹੈਗੇ ਨੇ, ਉਹ ਪੀੜਤ ਨਹੀਂ ਹੈਗੇ। ਇਸ ਤੋਂ ਪਤਾ ਲੱਗਦਾ ਪੁਲਿਸ ਤੇ ਜਗਰਾਉਂ ਪੁਲਿਸ ਤੇ ਦਬਾਅ, ਕਿਹਦਾ ਦਬਾਅ ਆ, ਉਹ ਪੂਰਾ ਦੁਨੀਆ ਭਰ ਚ ਵੱਸਦੇ ਪੰਜਾਬੀਆਂ ਨੂੰ ਪਤਾ ਲੱਗ ਗਿਆ। FIR ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ, ਕਹਿੰਦੇ ਮੈਨੂੰ ਖਦਸ਼ਾ ਹੈ ਕਿਤੇ ਉਹ ਬਾਹਰ ਹੀ ਨਾ ਭੱਜ ਜੇ, ਅਸ਼ੋਕ ਜੀ ਨੇ ਮੇਰੇ ਨਾਲ ਧੋਖਾਧੜੀ ਕੀਤੀ ਹੈ, ਕਹਿੰਦੇ ਜਲਦੀ ਕਾਰਵਾਈ ਕਰੋ। ਉੱਥੇ ਚਰਚਾਵਾਂ ਇਹ ਵੀ ਹੋ ਰਹੀਆਂ ਨੇ ਜਗਰਾਉਂ ਦੇ ਆਲੇ ਦੁਆਲੇ ਹਲਕੇ ਦੇ ਵਿੱਚ ਕਿ ਜਿਵੇਂ ਇਹਨੂੰ ਪਹਿਲਾਂ ਹੀ ਪਤਾ ਹੁੰਦਾ ਕਰਮ ਸਿੰਘ ਨੂੰ ਕਿ ਮੇਰੇ ਨਾਲ ਇਹ ਹੋਣਾ ਹੈ ਅਗਲੇ ਦਿਨਾਂ ਦੇ ਵਿੱਚ। ਖਦਸ਼ਾ ਤਾਂ ਫਿਰ ਇਹ ਵੀ ਹੋਣਾ ਚਾਹੀਦਾ ਸੀ ਇਹਨੂੰ, ਕਰਮ ਸਿੰਘ ਨੂੰ, ਕਿ ਮੇਰੇ ਨਾਲ ਠੱਗੀ ਵੱਜ ਗਈ ਆ, ਕੋਠੀ ਜਾਲੀ ਕਾਗਜ਼ ਤੇ ਹੈ, ਕੋਠੀ ਦੀ ਹੇਰਾ ਫੇਰੀ ਹੋਈ ਆ, ਪਾਵਰ ਟੌਰਨੀ ਗਲਤ ਆ, ਪਾਵਰ ਟੌਰਨੀ ਤੋਂ ਬਾਅਦ ਕਿਵੇਂ ਰਜਿਸਟਰੀ ਹੋ ਗਈ, ਕਿਵੇਂ ਇੰਤਕਾਲ ਚੜ ਗਿਆ। ਇਸ ਪੂਰੇ ਐਪੀਸੋਡ ਦੇ ਵਿੱਚ ਕਰਮ ਸਿੰਘ, ਅਸ਼ੋਕ ਕੁਮਾਰ, ਜਗਰਾਉਂ ਪੁਲਿਸ, ਰੈਵਨਿਊ ਡਿਪਾਰਟਮੈਂਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਇਹ ਸਾਰੇ ਮਿਲੇ ਹੋਏ ਸੀ। ਇਸ ਕਰਕੇ ਬਹੁਤ ਵੱਡਾ ਇੱਕ ਨੈਕਸਸ ਸੀ, ਇੱਕ ਉਹ ਲੁਟੇਰਿਆਂ ਦੀ ਜਮਾਤ ਕਹਿ ਸਕਦੇ ਇਹਨਾਂ ਨੂੰ। ਜਿਸ ਗਰੀਬ ਦਾ ਹੱਕ ਮਾਰਿਆ ਜਾਵੇ ਉਹ ਕੀ ਕਹੇਗਾ। ਔਰ ਇਸ ਮਸਲੇ ਦੇ ਵਿੱਚ ਜਗਰਾਉਂ ਪੁਲਿਸ ਦੀ ਅੱਜ ਵੀ ਇੱਜ਼ਤ ਰਹਿ ਸਕਦੀ ਆ ਕਿ ਅਸ਼ੋਕ ਸਿੰਘ ਦੇ ਅਸ਼ੋਕ ਕੁਮਾਰ ਦੇ ਤੇ ਮੁਕੱਦਮਾ ਦਰਜ ਹੋ ਸਕਦਾ। ਤੇ ਜਿਹੜੀ ਪੀੜਤ ਧਿਰ ਕੀ ਆ, ਬੀਬੀ ਅਮਰਜੀਤ ਕੌਰ, ਉਹਦੀ ਨੌਂ ਕੁਲਦੀਪ ਕੌਰ ਧਾਲੀਵਾਲ ਕੀ ਕਹਿੰਦੇ ਨੇ, ਅਸ਼ੋਕ ਕੁਮਾਰ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ, ਕਰਮ ਸਿੰਘ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ, ਤੇ ਬੀਬੀ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਲੇਕਿਨ ਨਹੀਂ, ਆਪਣੀ ਇੱਜ਼ਤ ਬਚਾਉਣ ਦੀ ਖਾਤਰ ਕਰਮ ਸਿੰਘ ਮੋਹਰਾ ਬਣਾ ਲਿਆ ਤੇ ਅਸ਼ੋਕ ਕੁਮਾਰ ਤੇ ਪਰਚਾ ਦਰਜ ਕਰਤਾ। ਉਸ ਅਸ਼ੋਕ ਕੁਮਾਰ ਕਹਿੰਦੇ ਭੱਜ ਜੂਗਾ, ਤੇ ਉਦੋਂ ਨਹੀਂ ਚੇਤਾ ਹੋਣਾ ਪਿਛਲੇ 15 ਦਿਨ ਤੋਂ ਬੀਬੀ ਉਹਦੇ ਅਮਰਜੀਤ ਕੌਰ NRI ਪਰਿਵਾਰ ਨਾਲ ਠੱਗੀ ਬਾਜੀ, ਉਦੋਂ ਵੀ ਭੱਜ ਸਕਦੇ ਸੀ। ਤੇ ਹੁਣ ਕਿਵੇਂ ਇਹ ਸਾਰਾ ਕੁਝ ਡਰਾਮੇ ਹੋ ਰਿਹਾ। ਹੁਣ ਇੱਕ ਹੋਰ ਗੱਲ ਬੜੀ ਵਿਹਾਰੀ ਹੈ ਕਿ ਕੱਲ ਨੂੰ ਇਹ ਕਹਿੰਦੇ ਸਾਡਾ ਸਮਝੌਤਾ ਹੋ ਗਿਆ, ਅਸ਼ੋਕ ਕੁਮਾਰ ਤੇ ਕਰਮ ਸਿੰਘ ਕਵੇ ਸਮਝੌਤਾ ਸਾਡਾ ਹੋ ਗਿਆ ਜੀ, ਸਾਡਾ ਰਾਜੀਨਾਮਾ ਹੋ ਗਿਆ ਜੀ, ਉਹਨੇ ਮੇਰੇ 13 ਲੱਖ ਰੁਪਏ ਵਾਪਸ ਮੋੜਤੇ ਹੈਗੇ ਜੀ, ਤੇ ਫਿਰ NRI ਪਰਿਵਾਰ ਦੇ ਫਿਰ ਠੱਗਿਆ ਗਿਆ। ਉਹ ਅੱਜ ਫਿਰ NRI ਪਰਿਵਾਰ ਦੇ ਨਾਲ ਜਗਰਾਉਂ ਪੁਲਿਸ ਨੇ ਧੋਖਾ ਕੀਤਾ, ਵੱਡਾ ਧੋਖਾ ਕੀਤਾ ਇਸ ਮਸਲੇ ਦੇ ਵਿੱਚ। ਮੈਨੂੰ ਲੱਗਦਾ ਹੈ ਕਿ ਜਗਰਾਉਂ ਪੁਲਿਸ ਇਨਸਾਫ ਨਹੀਂ ਦੇਣਾ ਚਾਹੁੰਦੀ, ਉਹ ਇਨਸਾਫ ਦੇਣਾ ਚਾਹੁੰਦੇ ਨੇ MLA ਨੂੰ, ਉਹ ਇਨਸਾਫ ਦੇਣਾ ਚਾਹੁੰਦੇ ਕਰਮ ਸਿੰਘ ਨੂੰ। ਹੁਣ ਕਰਮ ਸਿੰਘ ਕਹਿ ਰਹੇ ਨੇ ਕਿ ਮੇਰੀ ਰਜਿਸਟਰੀ 21 ਤਰੀਕ ਨੂੰ ਹੋਈ, 21 ਮਈ 2023 ਨੂੰ ਹੋਈ ਆ, ਤੇ ਜਿਹੜਾ ਕੈਲੰਡਰ ਉਹ ਕਹਿੰਦਾ ਕਿ 21 ਮਈ ਨੂੰ ਛੁੱਟੀ ਆ, ਐਤਵਾਰ ਆ। ਹੁਣ ਤਹਿਸੀਲਦਾਰ ਪਾਗਲ ਸੀ ਉੱਥੋਂ ਦਾ ਜਿਹਨੇ ਰਜਿਸਟਰੀ ਕਰਤੀ ਐਤਵਾਰ ਦੀ, ਜਾਂ ਫਿਰ ਰਜਿਸਟਰੀ ਵੀ ਜਾਲੀ ਆ। ਔਰ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੀ ਪਾਵਰ ਟੌਰਨੀ ਜਿਸ ਤੇ ਕਹਿ ਰਹੇ ਨੇ ਕਿ ਸਾਨੂੰ ਅਸ਼ੋਕ ਕੁਮਾਰ ਨੇ ਧੋਖਾ ਦਿੱਤਾ, ਤੇ ਕੀ ਰੈਵਨਿਊ ਡਿਪਾਰਟਮੈਂਟ, ਪਟਵਾਰੀ, ਕਾਨੂੰਗੋ, ਰਜਿਸਟਰੀ ਕਲਰਕ, ਤਹਿਸੀਲਦਾਰ ਜਾਂ ਜਿਹੜਾ ਵੀ ਨਾਇਬ ਤਹਿਸੀਲਦਾਰ, ਉਹਨਾਂ ਨੇ ਚੈੱਕ ਕੀਤਾ ਕਾਗਜ਼ ਪੱਤਰ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਕੋਠੀ ਦੱਬਣ ਦੀ। ਉਹ ਰੌਲਾ ਪੈ ਗਿਆ, ਕਿਸਾਨ ਜਥੇਬੰਦੀਆਂ ਆ ਗਈਆਂ, ਬੀਬੀ ਪੀੜਤ ਪਰਿਵਾਰ ਦੇ ਹੱਕ 'ਚ ਓਪੋਜੀਸ਼ਨ ਨੇ ਮੁੱਦਾ ਬਣਾ ਲਿਆ, ਮੀਡੀਆ ਦੇ ਵਿੱਚ NRI ਪਰਿਵਾਰ ਦੇ ਨਾਲ ਖੜ ਗਿਆ, ਤੇ ਇਸ ਕਰਕੇ ਹੁਣ ਇਹ ਸਾਰੀ ਗੇਮ ਦਾ ਪਰਦਾਫਾਸ਼ ਹੋ ਗਿਆ। ਦੂਜੀ ਇੱਕ ਨਵੀਂ ਕਹਾਣੀ ਰਚਤੀ ਜਿਸ ਤੋਂ ਸਾਬਤ ਹੋ ਗਿਆ ਕਿ ਬਹੁਤ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਕੋਠੀ ਦੱਬੀ ਜਾਣ ਦੀ ਇੱਕ ਵੱਡਾ ਯਤਨ ਸੀ। ਔਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਕਿ 13,60,000 ਰੁਪਏ 'ਚ ਮੈਂ ਕੋਠੀ ਲਈ ਆ, ਸ਼ਾਇਦ 6,000 ਲਿਖਿਆ, 13,06,000 13,06,000 'ਚ ਕੋਠੀ 8 ਮਰਲੇ ਦੀ। ਪਰਿਵਾਰ ਕਹਿ ਰਿਹਾ ਸਾਡਾ 25 ਮਰਲੇ ਜਗ੍ਹਾ ਹੈਗੀ ਆ, 17 ਮਰਲੇ ਤੇ ਕਿਹਦਾ ਕਬਜ਼ਾ ਹੈਗਾ। ਉੱਥੇ ਬੀਬੀ ਆਪਣਾ ਦਫ਼ਤਰ ਬਣਾ ਗਈ ਸੀ, ਔਰ ਫਿਰ ਬੀਬੀ ਕਹਿ ਰਹੀ ਸੀ ਕਿ ਮੈਂ ਰੈਨੋਵੇਸ਼ਨ ਕਰਵਾਈ ਆ ਤੇ ਅਸੀਂ ਜਿਹੜਾ 25,000 ਰੁਪਇਆ ਕਿਰਾਇਆ ਦੇਣਾ ਹੈਗਾ ਉਹਦੇ ਚੋਂ ਕੱਟਿਆ ਜਾਊਗਾ। ਕਰਮ ਸਿੰਘ ਕਹਿੰਦਾ ਰੈਨੋਵੇਸ਼ਨ ਮੈਂ ਕਰਵਾਈ ਆ। ਇਹਦਾ ਮਤਲਬ ਇਹ ਖੁਲਾਸੇ ਝੂਠ ਦੇ ਪੈਰ ਨਹੀਂ ਲਾਉਂਦੇ, ਤੇ ਇਸ ਕਰਕੇ ਝੂਠ ਦੇ ਪੈਰ ਲੋਕਾਂ ਨੇ ਫੜ ਲਏ ਹੈਗੇ ਨੇ। ਇਸ ਕਰਕੇ ਡਰਾਮੇ ਕੀਤੇ। ਹੋ ਸਕਦਾ ਅਸ਼ੋਕ ਕੁਮਾਰ ਭੱਜ ਗਿਆ ਹੋਵੇ,
ਤੇ ਉਹ ਇਹ ਜਿਹੜੇ ਪਾਰਟੀ ਅਸ਼ੋਕ ਕੁਮਾਰ ਜਾਂ ਕਰਮ ਸਿੰਘ ਨੇ ਉਹ ਚਾਹੁਣਗੇ ਕਿ ਬੀਬੀ ਜਾਵੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਸਾਰਿਆਂ ਨੂੰ ਅਦਾਲਤਾਂ ਦਾ ਪਤਾ 1 ਤਰੀਕ 2 ਤਰੀਕ ਸਾਲਾਂ ਬੀਬੀ ਰੁਲ ਜੇਗੀ। ਔਰ ਅਮਰਜੀਤ ਕੌਰ ਵਿਚਾਰੀ ਪਹਿਲਾਂ ਹੀ ਵੋਕਰਾਂ ਤੁਰਦੀ ਆ, 72 ਸਾਲ ਉਮਰ ਆ, ਤੇ ਇਸ ਕਰਕੇ ਉਹਦੇ ਮੁੰਡੇ ਦੀ ਤੇ ਨੌਂ ਦੀ ਉਹ ਹੈ ਕਿ ਅਸੀਂ ਆਪਣੇ ਜੀਂਦਿਓ ਜੀ ਆਪਣੀ ਮਾਂ ਨੂੰ ਘਰ ਵਾੜ ਦਈਏ। ਪਰ ਉਹਨਾਂ ਨੂੰ ਉਮੀਦ ਨਹੀਂ ਲੱਗਦੀ ਕਿਉਂਕਿ ਸਰਕਾਰੀ ਤੰਤਰ ਝੂਠਾਂ ਦੇ ਨਾਲ ਆ। ਸਰਕਾਰ ਕਰੀ ਅਸੀਂ ਕੱਟੜ ਇਮਾਨਦਾਰ ਆ, ਤੇ ਕੱਟੜ ਇਮਾਨਦਾਰ ਸਰਕਾਰ ਨੂੰ ਪਤਾ ਨਹੀਂ ਲੱਗਾ ਹੈਗਾ। ਕੱਟੜ ਇਮਾਨਦਾਰ ਸਰਕਾਰ ਦੇ ਐਸਐਸਪੀ ਜਗਰਾਉਂ ਨੂੰ ਨਹੀਂ ਪਤਾ ਲੱਗਾ, ਜਾਂ ਜਿਹੜਾ ਐਸਪੀ ਇਨਵੈਸਟੀਗੇਸ਼ਨ ਕਰ ਰਿਹਾ ਉਹਨੂੰ ਨਹੀਂ ਪਤਾ ਲੱਗਾ। ਹਜੇ ਤੱਕ ਤੁਸੀਂ ਉਹ ਨਹੀਂ ਚੈੱਕ ਕੀਤਾ। ਤੁਸੀਂ ਥਾਣੇ ਕਰਮ ਸਿੰਘ ਨੂੰ ਨਹੀਂ ਬੁਲਾਇਆ, ਤੁਸੀਂ ਥਾਣੇ ਅਸ਼ੋਕ ਕੁਮਾਰ ਨੂੰ ਨਹੀਂ ਬੁਲਾਇਆ, ਤੇ ਅੱਜ ਤੁਹਾਡਾ ਸਰਕਾਰ ਦਾ ਪ੍ਰੈਸ਼ਰ ਪੈ ਗਿਆ ਤੁਹਾਡੇ ਤੇ, ਤੁਸੀਂ ਚੱਕ ਕੇ ਕਰਮ ਸਿੰਘ ਦੀ ਸ਼ਿਕਾਇਤ ਤੇ ਪਰਚਾ ਦਰਜ ਕਰਤਾ, ਤੇ ਬੀਬੀ ਦੀ ਸ਼ਿਕਾਇਤ ਤੇ ਕਿਉਂ ਨਹੀਂ ਪਰਚਾ ਦਰਜ ਕੀਤਾ ਹੈਗਾ? ਕੀ ਭਾਲਦੇ ਸੀ, ਕੀ ਝਾਕਦੇ ਸੀ, ਕਿਹਦਾ ਦਬਾਅ ਸੀ, ਕਿ ਇਹ ਕਿਉਂ ਡਰ ਸੀ ਤੁਹਾਨੂੰ ਕਿ ਅਸੀਂ ਜੇ ਕਿਸੇ ਇਨਸਾਫ ਦੇ ਦਿੱਤਾ ਤੇ ਮੈਂ ਐਸਐਸਪੀ ਨਹੀਂ ਲੱਗ ਸਕਦਾ, ਮੈਂ ਐਸਪੀ ਨਹੀਂ ਲਾ ਸਕਦਾ? ਮਤਲਬ ਤੁਹਾਨੂੰ ਕੁਰਸੀਆਂ ਪਿਆਰੀਆਂ ਤੇ ਲੋਕਾਂ ਦੀ ਜਿਹੜੀ ਇਮਾਨਦਾਰ ਦੇ ਨਾਲ ਮਿਹਨਤ ਮਸ਼ੱਕਤ ਕਰਕੇ ਕੋਠੀਆਂ ਬਣੀਆਂ ਉਹਦੀ ਕੋਈ ਪਰਵਾਹ ਨਹੀਂ ਹੈਗੀ। ਇਹ ਬੜਾ ਵੱਡਾ ਗੰਭੀਰ ਮਸਲਾ ਹੈ, ਪਰ ਇੱਕ ਪਾਸੇ ਪੰਜਾਬ ਦਾ ਹੋਰ ਵੱਡਾ ਮਸਲਾ ਸ਼੍ਰੋਮਣੀ ਅਕਾਲੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ, ਇਹ ਵਰਸਸ ਜਿਹੜਾ ਮਸਲਾ ਚੱਲ ਰਿਹਾ, ਕਹਿੰਦੇ ਉਹ ਧਾਰਾ ਅਸੀਂ ਜੋੜਨਾ ਚਾਹੁੰਦੇ ਐਕਟ 'ਚ, ਉਹ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ। ਜਿਹੜਾ ਰੇੜਕਾ ਪਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਂਟਰੀ ਮਾਰੀ ਹੈ, ਪਹਿਲਾਂ ਤੋਂ ਹੀ ਉਹ ਬੋਲ ਰਿਹਾ ਕਿ ਇਹਨਾਂ ਦਾ ਅਧਿਕਾਰ ਖੇਤਰ ਹੈ ਨਹੀਂ। ਫਿਰ ਇਹ ਗੱਲ ਪੁੱਜੇਗੀ ਕਿੱਥੇ ਜਾ ਕੇ, ਨਿਬੜੇਗੀ ਕਿਵੇਂ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਉਹ ਫਾਲ ਕਰਦਾ 1925 ਐਕਟ ਕਰਦਾ। 1925 ਐਕਟ ਜਿਹੜਾ ਸੈਂਟਰ ਦਾ ਐਕਟ ਹੈਗਾ, ਜਿੰਨਾ ਚਿਰ ਸਟੇਟ ਇਹ ਜਾਂ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਸਰਕਾਰ ਕੱਢ ਦੇ, ਉਹਨੂੰ ਚੰਡੀਗੜ੍ਹ ਨੂੰ ਵੀ ਕੱਟ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੈਜੂਲੇਸ਼ਨ ਪਾਸ ਕਰਨੇ ਪੈਣਗੇ, ਫਿਰ ਇਹ ਸਟੇਟ ਐਕਟ ਬਣੂਗਾ। ਕਿਉਂਕਿ ਇਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਰਿਆਣਾ ਵੀ ਆਉਂਦਾ ਸੀ, ਹਿਮਾਚਲ ਵੀ ਆਉਂਦਾ, ਚੰਡੀਗੜ੍ਹ ਵੀ ਆਉਂਦਾ। ਜਿਸ ਦਿਨ ਹਿਮਾਚਲ ਪ੍ਰਦੇਸ਼ ਨਿਕਲ ਜਾਣਗੇ, ਜਿੱਦਾਂ ਚੰਡੀਗੜ੍ਹ ਨਿਕਲ ਜੂਗਾ, ਉਸ ਦਿਨ ਸਟੇਟ ਐਕਟ ਬਣ ਜੂਗਾ। ਹੁਣ ਮਸਲਾ ਇਹ ਆ ਕਿ ਇਸ ਮਸਲੇ 'ਤੇ ਸਿਆਸਤ ਹੋ ਰਹੀ ਹੈ, ਔਰ ਸਰਕਾਰ ਬਹੁਤ ਸਾਰੇ ਅਜਿਹੇ ਮਸਲੇ ਨੇ ਧੂੜ ਦੇ ਵਿੱਚੋਂ ਰਾਹ ਲੱਭਣ ਦਾ ਯਤਨ ਕਰਦੀ ਹੈਗੀ ਆ। ਸਰਕਾਰ ਜੀ ਇੱਕ ਮੁੱਦਾ ਖੜਾ ਕਰਦੀ ਆ, ਵਾਵਰੋਲਾ ਆਉਂਦਾ, ਰੌਲਾ ਪੈਂਦਾ ਹੈਗਾ, ਉਸ ਤੋਂ ਬਾਅਦ ਲੋਕਾਂ ਨੂੰ ਰਾਹ ਨਹੀਂ ਦੇਖਦਾ, ਪੰਜਾਬ ਨੂੰ ਰਾਹ ਨਹੀਂ ਦੇਖਦਾ। ਸਾਰੀ ਦੁਨੀਆ ਕਹਿੰਦੀ ਹੈ ਕਿ ਗੁਰਬਾਣੀ ਦਾ ਜਿਹੜਾ ਪ੍ਰਸਾਰ ਆ ਜਾਂ ਪ੍ਰਸਾਰਨ ਆ ਉਹ ਸਾਰੇ ਚੈਨਲਾਂ ਤੇ ਦਿਖਣਾ ਚਾਹੀਦਾ। ਸਾਰੇ ਚੈਨਲ ਦਿਖਾਉਣ ਵਾਸਤੇ ਰਾਜੀ ਕਿ ਨੈਸ਼ਨਲ ਚੈਨਲ ਦਿਖਾ ਪਾਉਣਗੇ? ਮੁੱਖ ਮੰਤਰੀ ਸਾਹਿਬ ਤਾਂ ਕਹਿ ਚੁੱਕੇ ਅੱਜ ਤੱਕ ਤੇ ਵੀ ਚੱਲੂ ਗੁਰਬਾਣੀ। ਔਰ ਅੱਜ ਤੱਕ ਤੇ ਮਸ਼ਹੂਰੀਆਂ ਤੇ ਕਿਹੜੀਆਂ ਚੱਲਦੀਆਂ ਹੈਗੀਆਂ? ਸ਼ਰਾਬ ਵਾਲੀਆਂ ਵੀ ਚੱਲਦੀਆਂ ਹੈਗੀਆਂ ਨੇ, ਹੋਰ ਵੀ ਕਈ ਤਰ੍ਹਾਂ ਦੇ ਇੱਦਾਂ ਦੀਆਂ ਮਸ਼ਹੂਰੀਆਂ ਚੱਲਦੀਆਂ ਵਾ ਜਿਹੜੀਆਂ ਬੱਚਿਆਂ ਨੂੰ ਵੀ ਨਹੀਂ ਦਿਖਾਉਣੀਆਂ ਚਾਹੀਦੀਆਂ, ਉਹ ਵੀ ਚੱਲਦੀਆਂ। ਵੰਨ-ਸਵੰਨੀਆਂ ਐਡ ਚੱਲਦੀਆਂ। ਤੇ ਕੀ ਜਦੋਂ ਸਵੇਰੇ ਸ਼ਾਮ ਚੱਲੂਗੀ ਗੁਰਬਾਣੀ, ਉਸ ਤੋਂ ਅੱਧਾ ਘੰਟਾ ਪਹਿਲਾਂ ਕੀ ਗਰੰਟੀ ਹੈ ਕਿ ਮਸ਼ਹੂਰੀਆਂ ਨਹੀਂ ਚੱਲਣਗੀਆਂ? ਪਾਣ ਦੀਆਂ ਉੱਥੇ ਚੱਲਦੀਆਂ, ਬੀੜੀਆਂ ਦੀ ਉੱਥੇ ਚੱਲਦੀਆਂ ਹੈਗੀਆਂ, ਸ਼ਰਾਬ ਦੀਆਂ ਉੱਥੇ ਚੱਲਦੀਆਂ ਹੈਗੀਆਂ, ਹੋਰ ਜਿਹੜੀਆਂ ਪ੍ਰੀਕਾਸ਼ਨ ਲੈਣ ਵਾਲੀਆਂ ਹੁੰਦੀਆਂ ਅਜਿਹੇ ਜਿਹੜੇ ਪ੍ਰੋਡਕਟ ਹੈਗੇ ਨੇ ਉਹ ਚੱਲਦੀਆਂ ਹੈਗੀਆਂ, ਬਾਅਦ 'ਚ ਵੀ ਚੱਲਣਗੀਆਂ। ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਜਿਹੜਾ ਸਰਕਾਰ ਜਿਹੜਾ ਇਸ ਨੂੰ ਮੁੱਦੇ ਨੂੰ ਖੜਾ ਕਰਨਾ ਚਾਹੁੰਦੀ ਹੈਗੀ ਆ, ਇਹ ਪਹਿਲੀ ਗੱਲ ਸਟੇਟ ਸਬਜੈਕਟ ਹੈ ਨਹੀਂ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹਦੇ 'ਚ ਅਸੀਂ ਜਿਹੜਾ ਸਿੱਖ ਗੁਰਦੁਆਰਾ ਐਕਟ 'ਚ ਸੋਧ ਕਰ ਰਹੇ ਆ, ਜਿਹੜਾ ਸਟੇਟ ਸਬਜੈਕਟ ਆ, ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਹੈ ਹੀ ਸੈਂਟਰ ਐਕਟ ਆ, ਤੇ ਉਹਦੇ ਨਾਲ ਤੁਸੀਂ ਇੱਕ ਨਵਾਂ ਵਿਵਾਦ ਖੜਾ ਕਰਨਾ ਚਾਹੁੰਦੇ ਹੋ। ਉਸ ਵਿਵਾਦ ਦੇ ਵਿੱਚ ਸਟੇਟ ਦਾ ਨੁਕਸਾਨ ਹੋਏਗਾ, ਇਹਦਾ ਕੋਈ ਹੱਲ ਨਹੀਂ ਹੈ। ਸਰਕਾਰ ਨੂੰ ਇਹਦੇ 'ਚ ਕੋਈ ਲਾਭ ਨਹੀਂ ਮਿਲਣਾ। ਤੁਸੀਂ ਅਗਰ ਸੋਸ਼ਲ ਮੀਡੀਆ ਤੇ ਕਹਿ ਰਹੇ ਹੋ ਕਿ ਬੱਲੇ ਬੱਲੇ ਲੋਕਾਂ ਨੇ ਕਹਿਤਾ ਕਿ ਸਰਕਾਰ ਚਲਾਵੇ, ਤੇ ਕੀ ਕੱਲ ਨੂੰ ਆਪਾਂ ਬੀਤੇ ਦਿਨ ਵੀ ਜ਼ਿਕਰ ਕੀਤਾ ਹੈ, ਫਿਰ ਤਾਂ ਕਹਿਣਗੇ ਹਿੰਦੂ ਭਾਈਚਾਰਾ ਕਹੂਗਾ ਕਿ ਸਾਨੂੰ ਉੱਥੋਂ ਤੋਂ ਦਿਖਾਓ ਜੀ ਵੈਸ਼ਨੋ ਦੇਵੀ ਮਾਤਾ ਤੋਂ। ਫਿਰ ਜਿਹੜੇ ਮੁਸਲਮਾਨ ਭਾਈਚਾਰੇ ਕਹਿ ਰਹੇ ਉਹ ਕਹਿਣਗੇ ਉੱਥੋਂ ਦਿੱਲੀ ਜਿਹੜੀ ਜਾਮਾ ਮਸਜਿਦ ਦਾ ਚਲਾਓ, ਹੈ ਨਾ। ਜਿਹੜੇ ਗਿਰਜਾ ਘਰ ਕਹਿਣਗੇ ਉਹ ਕਹਿਣਗੇ ਕਿ ਸਾਨੂੰ ਇੱਦਾਂ ਕਰੋ, ਤਾਮਿਲਨਾਡੂ ਜਾਂ ਕੇਰਲਾ 'ਚੋਂ ਚਲਾ ਦਿਓ ਜੀ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਕਿ ਉਸ 'ਤੇ ਲਗਾਤਾਰ ਪ੍ਰੈਸ਼ਰ ਪੈਂਦਾ ਜਾ ਰਿਹਾ, ਸਿੱਖ ਕੌਮ ਦਾ ਲਾ ਲਓ, ਕਿ ਉਹਨਾਂ ਨੂੰ ਇੱਕ ਆਪਣਾ ਹੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਚੈਨਲ ਖੜਾ ਕਰ ਲੈਣਾ ਚਾਹੀਦਾ। ਐਡਾ ਕੋਈ ਖਰਚਾ ਹੈ ਨਹੀਂ ਆ, ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਦਾਨੀ ਸੱਜਣ ਬੈਠੇ ਨੇ। ਕਿੱਡੀ ਕੀ ਵੱਡੀ ਗੱਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਗਜ਼ ਤਿਆਰ ਕਰੇ, ਭਾਰਤ ਸਰਕਾਰ ਨੂੰ ਭੇਜੇ, ਤੁਹਾਨੂੰ ਚੈਨਲ ਮਿਲ ਜਾਣਾ ਹੈਗਾ। ਕਿੰਨਾ ਕੀ ਖਰਚਾ? ਇੱਥੇ ਜਿਹੜੀ ਕੇਬਲ ਹੋਊਗੀ ਉਹਨਾਂ ਨੂੰ ਵੀ ਫ੍ਰੀ ਦਿਖਾਣਗੇ। ਤੁਸੀਂ ਵੱਡੇ ਵੱਡੇ ਜਿਹੜੇ ਪਲੇਅਰ ਆ ਗਏ ਨੇ, ਟਾਟਾ ਸਕਾਈ, ਏਅਰਟੈਲ ਜਾਂ ਡਿਸ਼, ਉਹ ਤੁਹਾਨੂੰ ਵੈਸੇ ਕੰਸੈਸ਼ਨ ਦੇ ਦੇਣਗੇ। ਸਾਰੇ ਪਵਾੜਿਆਂ ਦੀ ਜੜ ਬੇਸਿਕਲੀ ਕੀ ਆ? ਪੀਟੀਸੀ ਚੈਨਲ। ਪੀਟੀਸੀ ਚੈਨਲ ਹੈਗਾ ਬਾਦਲ ਪਰਿਵਾਰ ਦਾ, ਸਾਰਿਆਂ ਨੂੰ ਉਹ ਚੁੱਭਦਾ ਹੈਗਾ ਗੁਰਬਾਣੀ ਦੀ ਆੜ ਦੇ ਵਿੱਚ ਜਿਹੜੀ ਸਿਆਸਤ ਹੋ ਰਹੀ ਆ। ਹੁਣ ਸਵਾਲ ਹੈ ਕਿ ਇਹ ਜਿਹੜਾ ਮਸਲਾ ਹੈਗਾ, ਕਿਉਂਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਸ਼ਰ ਸਾਰਿਆਂ ਨੂੰ ਪਤਾ, ਅਕਾਲੀ ਦਲ ਦਾ, ਔਰ ਇਹ ਜਿਹੜਾ ਕਿਵੇਂ ਐਗਰੀਮੈਂਟ ਹੋਇਆ। ਸਭ ਤੋਂ ਪਹਿਲਾਂ ਗੱਲ, ਇੱਕ ਵਰਲਡ ਪੰਜਾਬੀ ਟੀਵੀ ਚੈਨਲ ਚੱਲਿਆ ਸੀ, ਚੱਲਿਆ ਨਹੀਂ ਸੀ, ਉਹਦਾ ਸਥਾਪਨਾ ਹੋਈ ਸੀ। ਉਹਦੇ 'ਚ ਰਵਿੰਦਰ ਨਾਰਾਇਣ ਸਾਹਿਬ ਹੁਣੀ ਜਿਹੜੇ ਅੱਜ ਕੱਲ੍ਹ PTC ਦੇ CEO ਨੇ, ਉਹ ਡਾਇਰੈਕਟਰ ਹੁੰਦੇ ਸੀ। ਚੈਨਲ ਚੱਲਿਆ ਨਹੀਂ ਤੇ ਰਵਿੰਦਰ ਸਿੰਘ ਹੋਣਾ ਦੇ ਨਾਲ ਸਮਝੌਤਾ ਹੋਇਆ ਸੀ ਗੁਰਬਾਣੀ ਦਾ, ਚੈਨਲ ਦਾ ਨਹੀਂ ਹੋਇਆ ਸੀ। ਡਾਇਰੈਕਟਰ ਬਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਸ ਤੋਂ ਬਾਅਦ ਉਹ ਚੈਨਲ ਚੱਲਿਆ ਨਹੀਂ ਤੇ ਰਵਿੰਦਰ ਨਾਰਾਇਣ ਹੋਣੀ ਚਲ ਗਏ ETC ਪੰਜਾਬੀ 'ਚ। ETC ਪੰਜਾਬੀ ਦੇ ਵਿੱਚ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਮਝੌਤਾ ਹੋ ਗਿਆ। ETC ਹੈਗਾ ਸੀ GTV ਦਾ ਪਾਰਟ, ਠੀਕ ਹੈ। ਉੱਥੇ ਜਦੋਂ 2007 ਦੇ ਵਿੱਚ PTC ਆਇਆ, ਰਵਿੰਦਰ ਨਾਰਾਇਣ ਹੋਣੀ ਆ ਗਏ PTC ਦੇ ਵਿੱਚ। ਉਹ ਜਿਹੜਾ ਐਗਰੀਮੈਂਟ ਹੈ ਰਵਿੰਦਰ ਨਾਰਾਇਣ ਦੇ ਨਾਲ ਹੀ ਚੱਲਦਾ ਆ ਪਿਛਲੇ 11 ਸਾਲ ਤੋਂ। ਹੁਣ ਆ ਅਸਲੀ ਪਵਾੜਾ ਕਹਿ ਲਓ ਜਾਂ ਜੜ ਕਹਿ ਲਓ। ਹੁਣ ਸਵਾਲ ਹੈ, ਸਾਰੀ ਦੁਨੀਆ ਕਹਿੰਦੀ ਕਿ ਹਰ ਪਲੇਟਫਾਰਮ ਤੇ ਗੁਰਬਾਣੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਭਾਰਤੀ ਜਨਤਾ ਪਾਰਟੀ ਨੂੰ, ਕਾਂਗਰਸ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ, ਇਹਨਾਂ ਨੂੰ ਜ਼ੋਰ ਲਾਉਣਾ ਚਾਹੀਦਾ। ਜਿਹੜਾ ਆਕਾਸ਼ਬਾਣੀ ਤੇ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ, ਉਹ ਕੰਟੀਨਿਊ ਹੈ। ਉਹ ਵੇਖੋ ਉੱਥੇ ਤੇ ਨਹੀਂ ਕਿਤੇ ਬੇਅਦਬੀ ਹੋ ਰਹੀ। ਕੀ ਉੱਥੇ ਜਦੋਂ ਸ਼ੁਰੂ ਹੁੰਦੇ ਨੇ, ਜਦੋਂ ਜਾਂ ਕਵਾੜ ਖੋਲ੍ਹਦੇ ਨੇ ਸਵੇਰ ਦੇ 2:30 ਵਜੇ ਤੇ ਅਰਦਾਸ ਹੋਣ ਤੱਕ ਕੀ ਗੁਰਬਾਣੀ ਦਿਖਾਈ ਜਾ ਰਹੀ ਹੈ? ਫਿਰ ਸ਼ਾਮ ਨੂੰ ਰਹਿ ਰਾਸ ਤੱਕ ਦਿਖਾਈ ਜਾ ਰਹੀ ਹੈ। ਉਸ 'ਤੇ ਵੀ ਝਾਤੀ ਮਾਰਨ ਦੀ ਲੋੜ ਆ। ਔਰ ਕੀ ਸਰਕਾਰ ਖਰਚਾ ਚੱਕ ਸਕਦੀ ਹੈ? ਜੇ ਸਰਕਾਰ ਖਰਚਾ ਚੱਕੂਗੀ ਫਿਰ ਬਾਕੀ ਧਰਮ ਵੀ ਕਹਿਣਗੇ। ਇਸ ਮਸਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਜਾਂ ਤੇ ਸਾਰੇ ਚੈਨਲਾਂ ਨੂੰ ਦਿਓ, ਇਹਦੇ 'ਚ ਸਟੇਟ ਦਾ ਕੋਈ ਅਧਿਕਾਰ ਨਹੀਂ ਆ। ਇਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਪ੍ਰਸ਼ਾਸਨਿਕ ਫੈਸਲਾ। ਪਰ ਜੇ ਉਹਨਾਂ ਨੇ ਆਪਣੀ ਇੱਦਾਂ ਹੀ ਬੇਇੱਜ਼ਤੀ ਕਰਵਾਈ ਜਾਣੀ ਆ, ਗੁਰਬਾਣੀ ਨੂੰ ਇਹ ਕਹੀ ਜਾ ਰਹੇ ਕਿ ਵੇਚਦੇ ਨੇ, ਹੁਣ ਬੋਲਣ ਲੱਗਿਆ ਸ਼ਬਦ ਵੀ ਨਹੀਂ ਦੇਖਦੇ ਵੀ ਕੀ ਹੈ ਗੁਰਬਾਣੀ ਵਾਕਿਆ ਵੇਚੀ ਜਾ ਰਹੀ ਆ। ਤੇ ਜੇ ਗੁਰਬਾਣੀ ਵੇਚੀ ਜਾ ਰਹੀ ਹੈ, ਇਸ ਤੋਂ ਵੱਡਾ ਪਾਪ ਨਹੀਂ ਹੈਗਾ, ਇਸ ਤੋਂ ਵੱਡਾ ਜੁਰਮ ਨਹੀਂ ਹੈਗਾ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸਾਰੇ ਵਿਵਾਦ ਉਹ 1 ਮਿੰਟ 'ਚ ਖਤਮ ਕਰ ਸਕਦੀ ਆ। ਆਪਣਾ ਚੈਨਲ ਠੇਕੇ ਤੇ ਲੈ ਲੈ, ਚੈਨਲ 2 ਲੱਖ ਰੁਪਈਆ ਪ੍ਰਤੀ ਠੇਕਾ ਕੋਈ ਮਹੀਨਾ ਦਿੰਦਾ ਹੈਗਾ ਜੀ, ਉਸ 'ਤੇ ਚੱਲੇ, ਗੁਰਬਾਣੀ ਉੱਥੋਂ ਟੈਲੀਕਾਸਟ ਕਰਨ ਤੇ ਸਾਰਾ ਹੀ ਰੌਲਾ ਖਤਮ ਹੋ ਜੇ। ਤੇ ਬਾਕੀ ਜਿਹੜੇ ਕਹਿ ਰਹੇ ਨਾ ਨੈਸ਼ਨਲ ਚੈਨਲ ਚਲਾਉਣੇ ਹੈਗੇ, ਜੇ ਨੈਸ਼ਨਲ ਚੈਨਲ ਵਾਲਿਆਂ ਨੇ ਗੁਰਬਾਣੀ ਚਲਾਉਣੀ ਹੁੰਦੀ ਤੇ ਅੱਜ ਕੱਲ੍ਹ ਜਿਵੇਂ BJP ਦਾ ਉੱਥੇ ਏਜੰਡਾ ਚੱਲ ਰਿਹਾ ਹੈਗਾ, ਇੱਕ ਤਾਂ ਹੁੰਦਾ ਹਿੰਦੂ, ਐਡਾ ਕੱਟੜ ਸ਼ਬਦ ਨਹੀਂ ਆ, ਹਿੰਦੂ ਤੱਤਵ ਜਿਹੜਾ ਹਿੰਦੂਵਾਦ ਉਹ ਕੱਟੜ ਆ। ਤੇ ਫਿਰ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਚੈਨਲਾਂ ਦੀ ਮਜਬੂਰੀ ਬਣ ਜਾਣਾ ਸੀ ਕਿ ਮੰਦਰਾਂ ਤੋਂ, ਜਿਵੇਂ BJP ਦੀ RSS ਦੀ ਫਿਲਾਸਫੀ ਆ, ਫਿਰ ਮੰਦਰਾਂ ਤੋਂ ਸਵੇਰੇ ਸ਼ਾਮ ਆਰਤੀ ਚੱਲਣੀ ਸੀ ਜੇ ਇੰਨੀ ਉਹ ਜੋਗੇ ਹੁੰਦੇ। ਤੇ ਇਸ ਕਰਕੇ ਇਹਦੇ ਇੱਕ ਨਵਾਂ ਵਿਵਾਦ ਖੜਾ ਕੀਤਾ ਜਾ ਰਿਹਾ ਹੈਗਾ। ਨਾ ਤੇ ਅੱਜ ਤੱਕ ਚੱਕੂਗਾ ਦਿਖਾਊਗਾ, ਨਾ NDTV ਦਿਖਾਊਗਾ, ਨਾ ਪੰਜਾਬ ਵਾਲੇ ਕਿਹੜਾ ਚੈਨਲ ਦਿਖਾ ਲੂਗਾ ਜੀ ਸਵੇਰ ਤੋਂ ਲਾ ਕੇ ਸ਼ਾਮ ਤੱਕ। ਠੀਕ ਹੈ, ਉਹ ਸ਼ਰਤਾਂ ਇੱਦਾਂ, ਬਾਕੀ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ। ਤੇ ਹੁਣ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਐਕਟ ਲੈ ਕੇ ਆਈ ਆ, ਦਾ ਸਿੱਖ ਗੁਰਦੁਆਰਾ ਐਕਟ 1925 'ਚ ਧਾਰਾ 125 ਜਿਹੜੀ 1 ਲੈ ਕੇ ਆ ਰਹੇ ਨੇ, ਉਹਦੇ 'ਚ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਬੰਦ ਹੋਏਗੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣਾ ਇਜਲਾਸ ਬੁਲਾਏਗੀ। ਆਪਣੇ ਇਜਲਾਸ 'ਚ ਉਹ ਇਸ ਐਕਟ ਦੀ ਆਲੋਚਨਾ ਵੀ ਕਰ ਸਕਦੀ ਹੈ, ਇਹਦਾ ਖੰਡਨ ਵੀ ਕਰ ਸਕਦੀ, ਇਹਨੂੰ ਰੱਦ ਵੀ ਕਰ ਸਕਦੀ। ਜਦ ਤੱਕ 1925 ਵਾਲਾ ਐਕਟ ਸਟੈਂਡ ਕਰਦਾ, ਜਦ ਤੱਕ 1925 ਐਕਟ ਦੇ ਵਿੱਚ ਚੰਡੀਗੜ੍ਹ ਹੈ ਇੱਕ ਮੈਂਬਰ, ਹਿਮਾਚਲ ਦਾ ਇੱਕ ਮੈਂਬਰ ਹੈ, ਉਦੋਂ ਤੱਕ 1925 ਐਕਟ ਹੀ ਹੋ ਸਕਦਾ। ਹਾਂ, ਪੰਜਾਬ ਸਰਕਾਰ ਇੱਕ ਰੈਜੂਲੇਸ਼ਨ ਪਾਸ ਕਰ ਸਕਦੀ ਹੈ ਕਿ ਜਿਹੜਾ 1925 ਐਕਟ ਰੱਦ ਕਰਕੇ ਇੱਕ ਸੈਪਰੇਟ ਤੌਰ 'ਤੇ ਸਟੇਟ ਇਲੈਕਸ਼ਨ ਕਰਵਾਵੇ, ਸੈਂਟਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਇਸ ਕਰਕੇ ਜਿਹੜਾ ਮਸਲਾ ਤਾਂ ਹੱਲ ਹੋ ਸਕਦਾ, ਨਹੀਂ ਤੇ ਕਹਿ ਸਕਦੇ ਨਿਰੋਲ ਰੂਪ ਦੇ ਵਿੱਚ ਇੱਕ ਟਾਰਗੇਟ ਆ, ਇੱਕ ਸਿਆਸਤ ਆ। ਔਰ ਸਭ ਤੋਂ ਵੱਡਾ ਹਵਾ 'ਚ ਜਾਂ ਧੂੜ ਦੇ ਵਿੱਚ ਜੇ ਤੁਸੀਂ ਰਾਹ ਲੱਭਣ ਦਾ ਯਤਨ ਕਰਦੇ ਨਾ, ਉਹ ਸਟੇਟ ਦੇ ਲੋਕਾਂ ਦੇ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੁੰਦੀ ਆ ਤੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਘੱਟਾ ਪੈਣ ਵਾਲੀ ਗੱਲ ਆ। ਤੇ ਘੱਟੇ ਦੇ ਵਿੱਚ, ਹਨੇਰੀਆਂ ਦੇ ਵਿੱਚ, ਝੱਖੜਾਂ ਦੇ ਵਿੱਚ ਰਾਹ ਨਹੀਂ ਦਿਸਦੇ ਹੁੰਦੇ, ਠੇਡੇ ਵੱਜਦੇ ਹੁੰਦੇ ਨੇ। ਇਸ ਮਸਲੇ ਵਿੱਚ ਸਰਕਾਰ ਨੂੰ ਠੇਡੇ ਵੱਜ ਸਕਦੇ ਹੈਗੇ ਨੇ। ਔਰ ਦੂਜਾ ਸਭ ਤੋਂ ਇੱਕ ਹੋਰ ਵੱਡਾ ਸਵਾਲ ਹੈ, ਜਿਵੇਂ ਅੱਜ ਉਹਨਾਂ ਨੇ ਟਿੱਪਣੀਆਂ ਕੀਤੀਆਂ ਮੁੱਖ ਮੰਤਰੀ ਸਾਹਿਬ ਨੇ ਕਿ ਮੌਜੂਦਾ ਮਸੰਦ, ਉਹ ਸਾਰੇ ਲੋਕਾਂ ਨੂੰ ਪਤਾ ਮੌਜੂਦਾ ਮਸੰਦ ਕਿਹੜੇ ਹੈਗੇ ਨੇ। ਔਰ ਇੱਕ ਹੋਰ ਖਾਸੀਅਤ ਗੱਲ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੂਚਨਾ ਅਧਿਕਾਰ ਐਕਟ ਦੇ ਅਧੀਨ ਆਉਂਦੀ ਹੈਗੀ ਆ, ਉਹ ਵੀ ਜਾਣਕਾਰੀ ਨਹੀਂ ਦਿੰਦੇ ਹੈਗੇ। ਤੇ ਹੁਣ ਪੰਜਾਬ ਦੇ ਵਿੱਚ ਤਾਂ ਕਹਿੰਦੇ RTI ਮੰਗਣਾ, ਉਹ ਕਹਿੰਦੇ ਸਟੇਟ ਦਾ ਮੁੱਦਾ ਨਹੀਂ ਆ। ਤੇ ਜਦੋਂ ਸਰਕਾਰ ਖੁਦ ਅਜਿਹੀਆਂ ਗੱਲਾਂ ਕਰਦੀ ਹੋਵੇ ਤੇ ਫਿਰ ਤੁਸੀਂ ਦੂਜਿਆਂ ਦੇ ਸਿਰ ਭਾਂਡੇ ਭੰਨਦੇ ਹੋ,
ਤੇ ਉਹਦੇ ਲੱਗਦਾ ਕਿ ਸਿਰਫ ਨਿਰੋਲ ਰੂਪ ਚ ਸਿਆਸਤ ਹੋਈ। ਹਾਂ, ਇਹ ਲੋਕ ਜ਼ਰੂਰ ਕਹਿੰਦੇ ਨੇ ਕਿ ਗੁਰਬਾਣੀ ਸਾਰੇ ਨੂੰ ਮਿਲਣੀ ਚਾਹੀਦੀ, ਇੱਕ ਚੈਨਲ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਔਰ ਇਹ ਵੀ ਲੋਕਾਂ ਨੂੰ ਪਤਾ ਹੈਗਾ ਕਿ ਉਸ ਚੈਨਲ ਨੂੰ ਕਿਵੇਂ ਰਾਈਟ ਮਿਲੇ ਹੈਗੇ ਨੇ, ਇਹ ਵੀ ਇੱਕ ਨੂੰ ਪਤਾ, ਸਾਰਿਆਂ ਨੂੰ ਪਤਾ ਹੈਗਾ। ਪਰ ਉਹ ਜਦ ਤੱਕ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਚਾਹੇਗੀ, ਪਿਛਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਸੀ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਕੋਈ ਮੰਨੀ ਨਹੀਂ ਹੈਗੀ। ਤੇ ਜੇ ਹੁਣ ਨਵੇਂ ਜਥੇਦਾਰ ਕਹਿਦੇ ਨੇ ਜਿਨ੍ਹਾਂ ਨੇ 22 ਤਰੀਕ ਨੂੰ ਆਪਣਾ ਅਹੁਦਾ ਸੰਭਾਲਣਾ ਹੈਗਾ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਕਿ ਆ ਜਿਹੜੇ ਪਵਾੜਿਆਂ ਤੋਂ ਅਸੀਂ ਸਮੱਸਿਆ ਤੋਂ ਹੱਲ ਜਾਂ ਨਿਜਾਤ ਪਾਉਣੀ ਆ, ਤੇ ਫਿਰ ਕਿਉਂ ਨਹੀਂ ਆਪਣਾ ਚੈਨਲ ਸ਼ੁਰੂ ਕਰ ਸਕਦੇ? ਨਾ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੀ ਆਪਣੀ ਅਖਬਾਰ ਸ਼ੁਰੂ ਕੀਤੀ, ਨਾ ਤੁਸੀਂ ਆਪਣਾ ਚੈਨਲ ਸ਼ੁਰੂ ਕੀਤਾ। ਤੁਸੀਂ ਤੇ ਆਪਣਾ ਚੰਗੀ ਤਰ੍ਹਾਂ ਫੇਸਬੁੱਕ YouTube ਚੈਨਲ ਵੀ ਨਹੀਂ ਸ਼ੁਰੂ ਕਰ ਸਕਦੇ ਹੈਗੇ। ਤੁਹਾਡਾ ਕੰਮ ਕੀ ਹੈਗਾ? ਤੁਹਾਡਾ ਦੋ ਮੁੱਢਲੇ ਫਰਜ਼ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈਗਾ, ਗੁਰਧਾਮਾਂ ਦੀ ਸੇਵਾ ਸੰਭਾਲ ਤੇ ਧਰਮ ਦਾ ਪ੍ਰਚਾਰ। ਨਾ ਤੁਹਾਡੇ ਕੋਲ ਗੁਰਧਾਮਾਂ ਦੀ ਸੇਵਾ ਸੰਭਾਲ, ਨਾ ਪ੍ਰਚਾਰ ਹੋ ਰਿਹਾ, ਤੇ ਫਿਰ ਤੁਸੀਂ ਕਰਨਾ ਕੀ ਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਰੋਲ ਡਿਫਾਈਨਡ ਕਰਨਾ ਪੈਣਾ। ਠੀਕ ਆ, ਤੁਸੀਂ ਅਕਾਲੀ ਦਲ ਤੁਹਾਡੀ ਜਨਨੀ ਹੈਗੀ ਆ, ਅਕਾਲੀ ਦਲ ਆਪਣੀਆਂ ਕਾਰਨਾਮਾ ਕਰਕੇ ਖਤਮ ਹੋ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੋਲ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਉਹਨਾਂ ਨੂੰ ਮੀਟਿੰਗ ਦੇ ਵਿੱਚ ਤੌਖਲਾ ਹੀ ਅਕਾਲੀ ਦਲ ਦਾ ਹੁੰਦਾ, ਉਹਨਾਂ ਨੂੰ ਤੌਖਲਾ ਇਹ ਨਹੀਂ ਹੈਗਾ ਕਿ ਅਸੀਂ ਪ੍ਰਚਾਰ ਤੇ ਪ੍ਰਸਾਰ ਕਿਵੇਂ ਕਰਨਾ ਹੈਗਾ। ਤੇ ਇਸ ਕਰਕੇ ਉਹਨਾਂ ਦਾ ਵੀ ਫਰਜ਼ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਭਟਕੀ ਹੋਈ ਹੈ, ਆਤਮਾ ਹੋ ਗਈ ਹੁਣ, ਕਿਉਂਕਿ ਐਡੇ ਕੋਈ ਧਾਕੜ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਨਹੀਂ ਆ, ਸਾਰੇ ਜੀ ਹਜ਼ੂਰੀ ਵਾਲੇ ਆਏ ਨੇ। ਕਿਸੇ ਵੇਲੇ ਹੁੰਦੇ ਸੀ ਵੱਡੇ ਵੱਡੇ ਨਾਮ, ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਜਾਂ ਉਹਨਾਂ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਬੋਲੇ ਸੋਹਣਿਆਲ ਸਤਿ ਸ਼੍ਰੀ ਅਕਾਲ ਕਰਨ ਵਾਲੇ ਹੀ ਆ ਨਾ ਜੀ। ਤੇ ਇਸ ਕਰਕੇ ਮਸਲੇ ਦੇ ਵਿੱਚ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਰਕਾਰ ਨੂੰ ਚਾਹੀਦਾ, ਰੇੜਕਾ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਦਾ ਆਪਣਾ ਰੋਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਰੋਲ ਆ। ਇਹ ਜੇ ਦੋਨਾਂ ਦੇ ਵਿੱਚ ਤਕਰਾਰ ਹੋਊਗਾ, ਕੌਮ ਦਾ ਤੇ ਪੰਜਾਬ ਦਾ ਨੁਕਸਾਨ ਹੋਊਗਾ ਜੀ। ਇੱਕ ਹੋਰ ਬੜਾ ਅਹਿਮ ਮਸਲਾ, ਵੈਸੇ ਤਾਂ ਸਟੇਟ ਪੁਲਿਸ ਆ ਜਿਹੜੀ ਸਿੱਧਾ ਸਟੇਟ ਗਵਰਨਮੈਂਟ ਦੇ ਅੰਡਰ ਹੀ ਚੱਲਦੀ ਹੈ, ਪਰ ਚਰਚਾਵਾਂ ਇਹ ਨੇ ਕਿ ਇਸ ਵਿਧਾਨ ਸਭਾ ਦੇ ਵਿੱਚ ਕੋਈ ਤਬਦੀਲੀ ਕਰਨ ਜਾ ਰਹੀ ਹੈ ਪੰਜਾਬ ਸਰਕਾਰ, ਕਿ ਪੰਜਾਬ ਪੁਲਿਸ ਦਾ ਜੇ ਮੁਖੀ ਵੀ ਲਾਉਣਾ ਹੈ ਤੇ ਅਸੀਂ ਆਪਣੀ ਤਾਕਤ ਦੇ ਹਿਸਾਬ ਨਾਲ ਲਾਈਏ। ਸੰਦੀਪ, ਅਸਲ 'ਚ ਹੈ ਜਿਹੜਾ ਕਾਨੂੰਨ ਵਿਵਸਥਾ ਦਾ ਮੁੱਦਾ ਹੈਗਾ ਉਹ ਸਟੇਟ ਸਬਜੈਕਟ ਹੈਗਾ, ਸਟੇਟਾਂ ਕੋਲ ਰਾਈਟ ਹੋਣੇ ਚਾਹੀਦੇ। ਲੇਕਿਨ ਸਾਰੀਆਂ ਸਟੇਟਾਂ ਨੇ ਬੇੜਾ ਗਰਕ ਕੀਤਾ ਹੈਗਾ ਸੀ। ਇਹ ਕੀ ਕਰਦੇ ਸੀ ਕਿ ਆਪਣੀ ਮਨਮਰਜ਼ੀ ਦੇ ਡੀਜੀਪੀ ਲਾਉਂਦੇ, ਜਿਹੜਾ ਜ਼ਿਆਦਾ ਹਜ਼ੂਰੀ ਕਰਦਾ ਉਹਨੂੰ ਡੀਜੀਪੀ ਲਾਉਂਦੇ ਸੀ। ਸੀਨੀਅਰਟੀ ਨਹੀਂ ਦੇਖਦੇ ਸੀ ਵੀ ਮੰਨ ਲਓ ਜਿਹਦੀ ਸੀਨੀਅਰਟੀ ਬਣਦੀ ਆ ਉਹ ਲੱਗਣਾ ਚਾਹੀਦਾ ਡੀਜੀਪੀ। ਲੇਕਿਨ ਇਹਨਾਂ ਕੀ ਕੀਤਾ ਕਿ ਜਿਹਦੀ ਸੀਨੀਅਰਟੀ 1 ਨੰਬਰ ਦੇ ਉਹਨੂੰ ਸੁਪਰਸੀਡ ਕਰਕੇ ਜਿਹੜਾ ਥੱਲੇ 10ਵੇਂ ਨੰਬਰ ਤੇ ਉਹਨੂੰ ਡੀਜੀਪੀ ਲਾਤਾ। ਜਿਵੇਂ ਅੱਜ ਕੱਲ੍ਹ ਸਾਹਿਬ ਗੌਰਵ ਜਾਦਵ ਸਾਹਿਬ ਆ, ਕਿਉਂਕਿ ਉਹਨਾਂ ਦੀ ਦਿੱਲੀ ਵਾਲਿਆਂ ਦੇ ਨਾਲ ਵੀ ਚੰਗੀ ਆ, ਪੰਜਾਬ ਵਾਲਿਆਂ ਦੇ ਨਾਲ ਵੀ ਚੰਗੀ। ਉਹਨਾਂ ਤੋਂ ਪਹਿਲਾਂ 7 ਆਫੀਸਰ ਬੈਠੇ ਨੇ, 7 ਨੂੰ ਸੁਪਰਸੀਡ ਕਰਕੇ ਵੀਕੇ ਭਾਵਰਾ ਨੂੰ ਜਬਰੀ ਛੁੱਟੀ ਭੇਜ ਕੇ ਸਰਕਾਰ ਨੇ ਤੇ ਗੌਰਵ ਜਾਦਵ ਸਾਹਿਬ ਨੂੰ ਡੀਜੀਪੀ ਲਾਤਾ, ਜਿਹੜੇ 1992 ਬੈਚ ਦੇ। ਹਲੇ 87 ਵਾਲੇ, 88 ਵਾਲੇ, 99 ਵਾਲੇ, 90 ਵਾਲੇ ਬੈਚ ਵਾਲੇ ਕਈ ਅਧਿਕਾਰੀ ਪਏ ਸੀ ਨਾ। ਇਹ ਸਾਰੇ ਹਿੰਦੁਸਤਾਨ ਦੀਆਂ ਸੂਬਾ ਸਰਕਾਰਾਂ ਇੱਦਾਂ ਕਹਿੰਦੇ ਕਿ ਜਿਹੜਾ ਜ਼ਿਆਦਾ ਪ੍ਰਸ਼ੰਸਕ ਹੁੰਦਾ ਸਰਕਾਰ ਦਾ ਉਹਨੂੰ ਲਾਉਂਦੇ ਨੇ ਡੀਜੀਪੀ। ਇੱਕ ਪ੍ਰਕਾਸ਼ ਸਿੰਘ ਹੋਏ ਨੇ ਹਿੰਦੁਸਤਾਨ ਦੇ ਬਹੁਤ ਵੱਡੇ ਆਫੀਸਰ, IPS ਆਫੀਸਰ, ਉਹ ਵੀ ਡੀਜੀਪੀ ਰਿਟਾਇਰ ਹੋਏ ਨੇ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਸੀ। ਫਿਰ 2007 ਦੇ ਵਿੱਚ ਸਾਰੇ ਸਰਕਾਰਾਂ ਦੇ ਵਿੱਚ ਸਟੇਟ ਪੁਲਿਸ ਦੇ ਵਿੱਚ ਅਮੈਂਡਮੈਂਟ ਹੋਈ, ਜਿਵੇਂ ਆਪਣੇ ਪੰਜਾਬ ਪੁਲਿਸ ਐਕਟ 2007 ਆ, ਉਹਦੇ 'ਚ ਹੀ ਉਹ ਸੁਪਰੀਮ ਕੋਰਟ ਦੇ ਤਹਿਤ ਉਹ ਸੁਪਰੀਮ ਕੋਰਟ ਵਰਸਸ ਪ੍ਰਕਾਸ਼ ਸਿੰਘ ਵਰਸਸ ਸਟੇਟ ਗੌਰਨਮੈਂਟ ਚੱਲਿਆ ਸੀ। ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਸੀ ਕਿ ਸੂਬਾ ਸਰਕਾਰ ਨੂੰ ਜਿਹੜੇ ਟੌਪ ਦੇ ਜਿਹੜੇ ਆਫੀਸਰ ਨੇ 6 ਜਾਣਿਆਂ ਦਾ ਪੈਨਲ ਭੇਜਣਾ ਹੁੰਦਾ, ਲਾਜ਼ਮੀ ਕਰਤਾ। ਸੁਪਰੀਮ ਕੋਰਟ ਨੇ ਆਰਡਰ ਪਾਸ ਕਰਤੇ ਭਾਰਤ ਸਰਕਾਰ ਨੂੰ। ਭਾਰਤ ਸਰਕਾਰ ਕਿਉਂਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੈਅ ਕਰਦੀ ਆ, ਉਹਦੇ 'ਚ ਮੈਂਬਰ ਕੌਣ? ਇੱਕ UPSC ਦਾ ਮੈਂਬਰ ਹੁੰਦਾ, ਇੱਕ ਹੋਮ ਮਿਨਿਸਟਰ ਮੰਤਰਾਲੇ ਦਾ ਹੁੰਦਾ, ਸਟੇਟ ਦਾ ਚੀਫ ਸੈਕਟਰੀ ਹੁੰਦਾ, ਹੋਮ ਸੈਕਟਰੀ ਹੁੰਦਾ। ਇਹ 4 ਜਾਣੇ ਜਾਂਦੇ ਜਦੋਂ ਡੀਜੀਪੀ ਦਾ ਪੈਨਲ ਤਿਆਰ ਹੁੰਦਾ। ਇਹਦੇ 'ਚ ਕੀ ਹੋਇਆ ਕਿ ਸਰਕਾਰਾਂ ਨੂੰ ਲੱਗਾ ਕਿ ਇਹਦੇ ਸੈਂਟਰ ਦਾ ਤਾਂ ਰਾਈਟ ਹੋ ਗਿਆ, ਇਹ ਤਾਂ ਫੈਡਰਲ ਢਾਂਚੇ 'ਤੇ ਅਟੈਕ ਹੋ ਗਿਆ। ਅਸੀਂ ਚਾਹੁੰਦੇ ਡੀਜੀਪੀ ਬਣੇ ਸੰਦੀਪ, ਤੇ ਦੂਜਾ ਰੂਲ ਕੀ ਕਹਿੰਦੇ ਨੇ, ਸੀਨੀਅਰਟੀ ਕਹਿੰਦੇ ਕਿ ਨਹੀਂ ਸੰਦੀਪ ਬਣੇ। ਉਦੋਂ ਜਿਹੜਾ ਵਿਵਾਦ ਖੜਾ ਹੋ ਗਿਆ, ਉਸ ਤੋਂ ਬਾਅਦ ਕੀ ਕੀਤਾ ਕਿ UPSC ਨੂੰ ਪੈਨਲ ਜਾਣੇ ਸ਼ੁਰੂ ਹੋ ਗਏ। UPSC 'ਚ 6 ਜਾਣੇ ਭੇਜੇ ਜਾਂਦੇ ਨੇ, ਉਹਦੇ 'ਚੋਂ ਟੌਪ ਦੇ 3 ਮੰਨ ਲਓ ਕੋਈ 90-91 ਜਿਹੜੇ ਸੀਨੀਅਰ ਮੋਸਟ, ਉਹਨਾਂ ਦਾ ਸਰਕਾਰ ਨੂੰ ਰਿਕਮੈਂਡ ਕਰਦੇ ਕਿ ਇਹ 3 ਪੈਨਲ ਸਾਡੇ ਵੱਲੋਂ ਫਾਈਨਲ ਆ, ਤਿੰਨਾਂ 'ਚੋਂ ਕੋਈ ਇੱਕ ਲਾ ਦਿਓ। ਹੁਣ ਤਿੰਨਾਂ 'ਚੋਂ ਇੱਕ ਲਾਤਾ, ਸਰਕਾਰ ਦਾ ਤਾਂ ਚਿਹਤਾ ਆਇਆ ਨਹੀਂ।
ਉਹ ਵਿਵਾਦ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਚੱਲੀ ਅਮੈਂਡਮੈਂਟ ਕਰਨ ਜਾ ਰਹੀ ਆ, ਪਰ ਇਹ ਸੁਪਰੀਮ ਕੋਰਟ ਦਾ ਫੈਸਲਾ, ਪਤਾ ਨਹੀਂ ਇਹ ਸਰਕਾਰ ਕਰ ਪਾਉਂਦੀ ਕਿ ਨਹੀਂ ਕਰ ਪਾਉਂਦੀ। ਸਿਰਫ ਪੰਜਾਬ ਦੇ ਵਿੱਚ ਨਹੀਂ ਆ, ਬਾਕੀਆਂ ਨੂੰ ਛੱਡ ਕੇ ਜੂਨੀਅਰ ਨੂੰ ਲਾਇਆ ਗਿਆ ਡੀਜੀਪੀ, 2-3 ਸਟੇਟਾਂ 'ਚ ਹੋਰ ਵੀ ਇਦਾਂ ਹੋਇਆ। ਹੁਣ ਇਹ ਸੁਪਰੀਮ ਕੋਰਟ ਨੂੰ ਸਿੱਧਾ ਚੈਲੰਜ ਕਰਨ ਵਾਲਾ, ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸੈਂਟਰ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦੀ, ਖੁਦ ਆਪ ਹੁਣ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲੱਗੇ ਹੈਗੇ ਨੇ। ਇਹ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲੱਗੇ ਨੇ, ਅਸੈਂਬਲੀ 'ਚ ਪਾਸ ਕਰਨ ਲੱਗੇ ਨੇ, ਇਹਦਾ ਵਾਕਈ ਨੁਕਸਾਨ ਹੋਊਗਾ। ਹਾਲਾਂਕਿ ਜੇ ਤੇ ਸਰਕਾਰ ਵਾਕਈ ਇਮਾਨਦਾਰ ਆ ਤੇ ਫਿਰ ਉਹਦੇ 'ਚ ਸੁਪਰੀਮ ਕੋਰਟ ਨੂੰ ਇਹ ਬਣਾਉਣ ਦੀ ਲੋੜ ਨਹੀਂ ਪੈਣੀ ਸੀ, ਕਿਉਂਕਿ ਸੂਬਾ ਸਰਕਾਰਾਂ ਨੇ ਮਨਮਰਜ਼ੀਆਂ ਕੀਤੀਆਂ, ਆਪਣੇ ਮਨਪਸੰਦ ਦੇ ਧੱਕੇ ਨਾਲ ਸੁਪਰਸੀਡ ਕਰਕੇ ਡੀਜੀਪੀ ਲਾਏ ਨੇ। ਜਦੋਂ ਰੂਲ ਬਣ ਗਏ ਤੇ ਸਰਕਾਰਾਂ ਨੂੰ ਰੂਲ ਵੀ ਸਮੱਸਿਆ ਹੋਣ ਲੱਗ ਪਈ, ਤੇ ਇਸ ਕਰਕੇ ਹੁਣ ਕਿਉਂਕਿ ਇਹ ਸੀ ਕਿ 6 ਮਹੀਨੇ ਤੋਂ ਵੱਧ ਕਿਸੇ ਨੂੰ ਤੁਸੀਂ ਆਰਜੀ ਡੀਜੀਪੀ ਨਹੀਂ ਦੇ ਸਕਦੇ। ਇਹ ਪੰਜਾਬ ਇੱਕ ਵਾਹਿਦ ਸੂਬਾ ਜਿੱਥੇ ਸਾਡਾ ਡੀਜੀਪੀ ਵੀ ਆਰਜੀ ਆ, ਰੈਗੂਲਰ ਡੀਜੀਪੀ ਨਹੀਂ ਹੈਗਾ। ਰੈਗੂਲਰ ਡੀਜੀਪੀ ਵਾਸਤੇ ਤੁਹਾਨੂੰ ਯੂਪੀਐਸਸੀ ਭੇਜਣਾ ਚਾਹੂਗਾ। ਹੁਣ ਕੀ ਕੋਈ ਬੰਦਾ ਹਾਈ ਕੋਰਟ ਜਾਊਗਾ, ਜਾਂ ਹੁਣ ਜਿਨ੍ਹਾਂ ਦਾ ਹੱਕ ਬਣਦਾ ਸੀ ਉਹ ਡਰਦੇ ਮਾਰੇ ਨਹੀਂ ਜਾਂਦੇ, ਚੈਲੰਜ ਨਹੀਂ ਕਰਦੇ ਹੈਗੇ। ਤੇ ਇਸ ਮਸਲੇ ਦੇ ਵਿੱਚ ਹੁਣ ਸਰਕਾਰ ਨੂੰ ਰਾਹ ਲੱਭਣ ਦੀ ਕੋਸ਼ਿਸ਼ ਕਰੀਏ ਕਿ ਆਪਾਂ ਕਿਉਂ ਨਹੀਂ ਪੰਜਾਬ ਪੁਲਿਸ ਐਕਟ 2007 ਉਹਦੇ 'ਚ ਅਮੈਂਡਮੈਂਟ ਕਰੀਏ। ਔਰ 2007 ਤੇ ਇਹ ਕਹਿੰਦਾ ਐਕਟ ਕਿ ਤੁਸੀਂ ਕਿਸੇ ਬੰਦੇ ਨੂੰ 2 ਸਾਲ ਤੋਂ ਵੱਧ ਡੀਜੀਪੀ ਨਹੀਂ ਲਾ ਸਕਦੇ। ਇਹ ਤੇ ਆਰਜੀ ਤੌਰ ਤੇ ਗੌਰਵ ਯਾਦਵ ਸਾਹਿਬ 7-8 ਮਹੀਨੇ ਲੱਗ ਗਏ ਹੈਗੇ ਨੇ। ਇਹ ਹੁਣ ਦੇ ਭਲਕੇ ਜਦੋਂ ਹੋਏਗੀ ਵਿਧਾਨ ਸਭਾ ਦੇ ਵਿੱਚ, ਉਹਦੇ 'ਚ ਓਪੋਜੀਸ਼ਨ ਕੀ ਸਟੈਂਡ ਲੈਂਦੀ ਹੈਗੀ ਆ, ਫਿਰ ਧੱਕਾ ਕਰ ਰਹੀ ਹੈ ਸਰਕਾਰ ਇਸ ਮਸਲੇ 'ਚ, ਕਿਉਂਕਿ ਗਲਤ ਹੋਏਗਾ, ਇਹਦੇ ਨਾਲ ਨੁਕਸਾਨ ਹੋਏਗਾ। ਹਾਲਾਂਕਿ ਸਟੇਟ ਸਬਜੈਕਟ ਕਾਨੂੰਨ ਵਿਵਸਥਾ ਜਿਹੜਾ ਲਾਅ ਐਂਡ ਆਰਡਰ ਹੈ ਸਟੇਟ ਸਬਜੈਕਟ ਹੈ, ਲੇਕਿਨ ਇਹ ਸੂਬਾ ਸਰਕਾਰਾਂ ਨੇ ਐਕਟ ਦੀ ਉਲੰਘਣਾ ਕੀਤੀ ਆ। ਔਰ ਦੂਜਾ ਇਹ ਮਨਮਰਜ਼ੀਆਂ ਚੱਲੇਗੀ ਫਿਰ, ਔਰ ਕੋਈ ਜਵਾਬ ਤਲਬੀ ਨਹੀਂ ਹੋਏਗੀ। ਤੇ ਸੈਂਟਰ ਸਰਕਾਰ ਵੀ ਕੋਈ ਧੱਕਾ ਨਹੀਂ ਕਰਦੀ ਹੈਗੀ, ਯੂਪੀਐਸਸੀ ਵੀ ਕੋਈ ਧੱਕਾ ਨਹੀਂ ਕਰਦੀ। ਉਹ ਕਹਿੰਦੇ ਆਪਣੇ ਸੀਨੀਅਰ ਮੋਸਟ 6 ਜਣਿਆਂ ਦਾ ਪੈਨਲ ਭੇਜ ਦਿਓ ਸਾਨੂੰ, 6 ਜਣੇ ਜਿਹੜੇ ਉਹ ਟੌਪ ਦੇ 3 ਹੋਣਗੇ ਤੇ ਉਹ ਤੁਸੀਂ ਉਹਨਾਂ 'ਚ ਇੱਕ ਲਾ ਲਓ, ਤੇ ਉਹ 3 ਵੀ ਤਾਂ ਤੁਹਾਡੇ ਹੀ ਆ। ਜ਼ਰੂਰੀ ਨਹੀਂ ਚੌਥਾ ਹੀ ਤੁਹਾਨੂੰ ਜ਼ਿਆਦਾ ਪਿਆਰ ਕਰਦੇ ਨੇ, 3 ਵੀ ਤਾਂ ਪਿਆਰ ਕਰ ਸਕਦੇ ਨੇ। ਉਹ ਜਿਹਨੂੰ ਡੀਜੀਪੀ ਲਾਓਗੇ ਉਹਨਾਂ ਹਾਜ਼ਰੀ ਤਾਂ ਤੁਹਾਡੀ ਭਰਨੀ ਹੈਗੀ ਆ, ਇਹ ਤਾਂ ਨਹੀਂ ਹੈ ਕਿ ਉਹਨੇ ਦਿੱਲੀ ਵਾਲਿਆਂ ਦੀ ਭਰਨੀ ਹੈ। ਪਰ ਇਹਨਾਂ ਨੂੰ ਲੱਗਦਾ ਕਿ ਚੈਲੰਜ ਕਰੀਏ। ਔਰ ਦੂਜਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦਾ ਪੰਗਾ ਚੱਲ ਰਿਹਾ, ਉੱਥੇ ਵੀ ਸਰਵਿਸ ਐਕਟ ਨੂੰ ਲੈ ਕੇ ਹਰ ਇੱਕ ਘਰ ਦਾ ਦਰਵਾਜ਼ਾ ਖੜਕਾ ਰਹੇ ਨੇ। ਜਿਨ੍ਹਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਗਾਲਾਂ ਕੱਢਦੇ ਹੁੰਦੇ ਸੀ, ਠਾਕਰਿਆਂ ਨੂੰ ਵੀ, ਨਤੀਸ਼ ਨੂੰ ਵੀ, ਸਾਰਿਆਂ ਨੂੰ, ਅੱਜ ਕੱਲ੍ਹ ਉਹਨਾਂ ਦੀਆਂ ਤਾਰੀਫਾਂ ਕਰਨ ਤੇ ਲੱਗੇ ਹੋਏ ਨੇ ਕਿ ਜਦੋਂ ਰਾਜ ਸਭਾ ਦੇ ਵਿੱਚ ਆਊਗਾ ਤੇ ਉੱਥੇ ਸਰਕਾਰ ਦਾ ਜਿਹੜਾ ਬਿੱਲ ਆ ਉਹ ਡਿੱਗ ਪਏ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋ ਜੇ। ਇਸ ਕਰਕੇ ਸਰਵਿਸ ਐਕਟ ਦੇ ਆੜ ਦੇ ਵਿੱਚ ਉਹ ਵੀ ਰੈਜੂਲੇਸ਼ਨ ਪਾਸ ਕਰਨਾ, ਤੇ ਦੂਜਾ ਜਿਹੜਾ ਪੰਜਾਬ ਦੇ ਵਿੱਚ ਡੀਜੀਪੀ ਲਾਉਣ ਦਾ ਜਾਂ ਸੂਬਾ ਸਰਕਾਰ ਡੀਜੀਪੀ ਲਾਉਣ ਦਾ ਜਿਹੜਾ ਹੱਕ ਆ ਉਹ ਸਟੇਟ ਨੂੰ ਹੋਣਾ ਚਾਹੀਦਾ। ਪਰ ਸਟੇਟ ਕੋਈ ਵੀ ਜਿਹੜੀ ਸਟੇਟ ਆ ਇਮਾਨਦਾਰ ਨਹੀਂ ਆ। ਇਹ ਤਾਂ ਹੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ, ਨਹੀਂ ਤੇ ਉਦੋਂ ਪਹਿਲਾਂ ਕੀ ਹੁੰਦਾ ਸੀ ਕਿ ਆਪਣੀਆਂ ਮਨਮਰਜ਼ੀਆਂ ਦੇ ਨਾਲ ਡੀਜੀਪੀ ਲਾਏ ਜਾਂਦੇ ਸੀ। ਜੀ ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਹਨਾਂ 2-3 ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਕੀ ਸੋਚਦੇ ਸਮਝਦੇ ਹੋ? ਆਪਣੀ ਰਾਏ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।